ਪਿਆਰੇ ਦੋਸਤੋ, ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਇਹ ਵਿਸ਼ਾ ਹੈ ਮਹਾਂਵਾਰੀ। ਮਹਾਂਵਾਰੀ ਜਾਂ ਮਾਸਿਕ ਧਰਮ ਭਾਵੇਂ ਇਹ ਇੱਕ ਕੁਦਰਤੀ ਵਰਤਾਰਾ ਹੈ, ਪਰ ਫਿਰ ਵੀ ਇਸ ਨਾਲ ਕਈ ਤਰ੍ਹਾਂ ਦੀਆਂ ਧਾਰਨਾਵਾਂ ਜੁੜੀਆਂ ਨੇ। ਸੋ ਅੱਜ ਅਸੀਂ ਜਦੋਂ ਇਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਤਾਂ ਅਸੀਂ ਔਰਤ ਦੇ ਜੀਵਨ ਨੂੰ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਜਿਹੜਾ ਹਿੱਸਾ ਹੈ ਜਾਂ ਪੜਾਅ ਹੈ ਉਸ ਨੂੰ ਅਲਡ ਉਮਰ ਕਹਿੰਦੇ ਹਨ ਜਾਂ ਅਡੋਲਸੈਂਟ ਪੀਰੀਅਡ। ਦੂਸਰਾ ਜਿਹੜਾ ਉਹ ਰੀਪਰੋਡਕਟਿਵ ਪੀਰੀਅਡ, ਜਿਸ ਵਿੱਚ ਔਰਤ ਜਿਹੜੀ ਹੈ ਉਹ ਬੱਚੇ ਪੈਦਾ ਕਰਨ ਯੋਗ ਰਹਿੰਦੀ ਹੈ। ਔਰ ਤੀਸਰਾ ਜਿਹੜਾ ਪੀਰੀਅਡ ਹੈ ਉਸ ਨੂੰ ਰਜੋ ਨਿਵਰਤੀ ਜਾਂ ਮੈਨੋਪੌਜ਼ ਕਹਿੰਦੇ ਹਨ। ਇਹ ਉਹ ਪੀਰੀਅਡ ਹੈ ਜਦੋਂ ਔਰਤ ਵਿੱਚੋਂ ਮਾਹਵਾਰੀ ਪੱਕੇ ਤੌਰ 'ਤੇ ਹੋਣੀ ਬੰਦ ਹੋ ਜਾਂਦੀ ਹੈ। ਸੋ ਇਹ ਮਾਹਵਾਰੀ ਦਾ ਜਿਹੜਾ ਕੁਦਰਤੀ ਵਰਤਾਰਾ ਹੈ, ਇਸ ਦੀ ਸ਼ੁਰੂਆਤ ਜਿਵੇਂ ਕਿ ਅਸੀਂ ਜਾਣਦੇ ਹਾਂ ਅਡੋਲਸੈਂਟ ਪੀਰੀਅਡ ਵਿੱਚ ਹੁੰਦੀ ਹੈ। ਇਹ ਅਡੋਲਸੈਂਟ ਪੀਰੀਅਡ ਜਿਹੜਾ ਇਹ 10 ਤੋਂ 19 ਵਰ੍ਹਿਆਂ ਤੱਕ ਦਾ ਪੀਰੀਅਡ ਨੂੰ ਗਿਣਿਆ ਜਾਂਦਾ ਹੈ ਅਤੇ ਇਸ ਵਿੱਚੋਂ 10 ਤੋਂ 14 ਵਰ੍ਹੇ ਜਿਹੜੇ ਹੁੰਦੇ ਨੇ, ਇਹਨਾਂ ਵਿੱਚ ਕਿਸੇ ਵੀ ਸਮੇਂ ਇਸ ਮਾਹਵਾਰੀ ਦੀ ਸ਼ੁਰੂਆਤ ਹੋ ਜਾਂਦੀ ਹੈ। ਆਮ ਕਰਕੇ ਇਹ ਮਾਹਵਾਰੀ ਜਿਹੜੀ ਹੈ ਉਹ 12ਵੇਂ ਸਾਲ ਤੱਕ ਹੋ ਜਾਂਦੀ ਹੈ ਜਾਂ 12ਵੇਂ ਸਾਲ ਦੇ ਆਲੇ ਦੁਆਲੇ ਜਿਹੜਾ ਸਮਾਂ ਉਸ ਵਿੱਚ ਹੋ ਜਾਂਦੀ ਹੈ। ਇਸ ਦੀ ਨਾਲ ਹੀ ਬਹੁਤ ਸਾਰੀਆਂ ਹੋਰ ਵੀ ਤਬਦੀਲੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ, ਜਿਨ੍ਹਾਂ ਵਿੱਚ ਸਰੀਰਕ ਵਿਕਾਸ ਹੁੰਦਾ ਹੈ, ਭਾਵਨਾਤਮਕ ਤਬਦੀਲੀਆਂ ਆਉਂਦੀਆਂ ਨੇ, ਮਾਨਸਿਕ ਵਿਕਾਸ ਹੁੰਦਾ ਹੈ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ। ਪਰ ਅੱਜ ਅਸੀਂ ਇੱਥੇ ਗੱਲ ਜਿਹੜੀ ਕਰ ਰਹੇ ਹਾਂ ਉਹ ਅਸੀਂ ਮਾਹਵਾਰੀ ਦੀ ਕਰ ਰਹੇ ਹਾਂ। ਜਦੋਂ ਮਾਹਵਾਰੀ ਲੜਕਿਆਂ ਦੇ ਵਿੱਚ ਸ਼ੁਰੂ ਹੁੰਦੀ ਹੈ ਤਾਂ ਇਸ ਨੂੰ ਮੈਨਾਰਕੀ ਕਿਹਾ ਜਾਂਦਾ ਹੈ। ਔਰ ਇਸ ਸਮੇਂ ਜਿਹੜੀ ਮੈਨਾਰਕੀ ਹੈ ਉਹ ਸ਼ੁਰੂ ਕਿਉਂ ਹੁੰਦੀ ਹੈ, ਇਸ ਬਾਰੇ ਅਗਰ ਅਸੀਂ ਕੁਝ ਜਾਣਨਾ ਹੋਵੇ ਤਾਂ ਇਹ ਇਸ ਲਈ ਹੁੰਦਾ ਹੈ ਕਿ ਸਾਡੇ ਦਿਮਾਗ ਦੇ ਇੱਕ ਹਿੱਸਾ ਹਾਈਪੋਥੈਲਮਸ ਹੈ, ਦੂਸਰਾ ਹਿੱਸਾ ਇੱਕ ਹੋਰ ਗ੍ਰੰਥੀ ਹੈ ਜਿਹਨੂੰ ਐਂਟੀਰੀਅਰ ਪਿਟਿਊਟਰੀ ਗਲੈਂਡ ਕਹਿੰਦੇ ਹਨ। ਔਰ ਜਦੋਂ ਇਹ ਹਾਈਪੋਥੈਲਮਸ ਜਿਹੜਾ ਹੈ ਇਹ ਐਂਟੀਰੀਅਰ ਪਿਟਿਊਟਰੀ ਗਲੈਂਡ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਇਸ ਕਾਰਨ ਕੁਝ ਹਾਰਮੋਨਸ ਪੈਦਾ ਹੁੰਦੇ ਹਨ ਅਤੇ ਇਹ ਹਾਰਮੋਨ ਜਾ ਕੇ ਜਿਹੜੇ ਨੇ ਇਹਨਾਂ ਦਾ ਹਿਸਾਬ ਜਿਹੜਾ ਜਾਂ ਇਹਨਾਂ ਦੀ ਸਕ੍ਰੀਸ਼ਨ ਜਿਹੜੀਆਂ ਨੇ ਸਕ੍ਰੀਟ ਜਦੋਂ ਕਰਦੇ ਨੇ ਤਾਂ ਇਹ ਸਾਡੀਆਂ ਡਿਪ ਗ੍ਰੰਥੀਆਂ, ਜਿਹਨੂੰ ਕਿ ਔਰਤਾਂ ਦੀ ਓਵੇਰੀਅਨ ਕੇਸਿਸ ਕਿਹਾ ਜਾਂਦਾ ਹੈ, ਓਵਰੀ 'ਤੇ ਆ ਕੇ ਫਰਕ ਪਾਉਂਦੀਆਂ ਨੇ ਔਰ ਉਸ ਨੂੰ ਕਾਰਜਸ਼ੀਲ ਕਰਦੀਆਂ ਨੇ ਤਾਂ ਉੱਥੋਂ ਸੈਕਸ ਹਾਰਮੋਨਸ ਪੈਦਾ ਹੁੰਦੇ ਨੇ। ਉਹ ਸੈਕਸ ਹਾਰਮੋਨ ਜਿਹੜੇ ਨੇ ਜਨਨ ਅੰਗਾਂ ਅਤੇ ਡਿਪ ਗ੍ਰੰਥੀਆਂ ਜਿਹੜੀਆਂ ਨੇ, ਜਿਹੜੇ ਜਨਨ ਅੰਗ ਨੇ, ਉਹਨਾਂ ਦੇ ਵਿਕਾਸ ਵਿੱਚ ਮਦਦ ਕਰਦੇ ਹੈ। ਮਾਹਵਾਰੀ ਦੀ ਸ਼ੁਰੂਆਤ ਜਿਹੜੀ ਹੈ ਉਹ ਇਹ ਵੀ ਦੱਸਦੀ ਹੈ ਕਿ ਲੜਕੀ ਜਿਹੜੀ ਹੈ ਉਹ ਹੁਣ ਗਰਭ ਧਾਰਨ ਯੋਗ ਹੋ ਗਈ ਹੈ, ਪਰ ਕਾਨੂੰਨੀ ਤੌਰ 'ਤੇ 18 ਵਰ੍ਹਿਆਂ ਤੋਂ ਪਹਿਲਾਂ ਜਿਹੜੀ ਹੈ ਉਹ ਇਸ ਗਰਭ ਧਾਰਨ ਨਹੀਂ ਹੋਣਾ ਚਾਹੀਦਾ। ਕਾਨੂੰਨੀ ਤੌਰ 'ਤੇ ਇਸ ਲਈ ਤਾਂ ਹੀ ਕੀਤਾ ਗਿਆ ਹੈ ਕਿਉਂਕਿ ਜਦੋਂ ਲੜਕੀ ਚਾਹੇ ਉਸ ਦੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਪਰ ਉਸਦਾ ਸਰੀਰ ਗਰਭ ਧਾਰਨ ਕਰਨ ਲਈ ਤਿਆਰ ਨਹੀਂ ਹੁੰਦਾ ਪੂਰੀ ਤਰ੍ਹਾਂ। ਸੋ ਪੂਰੀ ਤਰ੍ਹਾਂ ਜਦ ਤੱਕ ਸਰੀਰ ਪੱਕ ਨਹੀਂ ਜਾਂਦਾ ਉਸ ਤੱਕ ਜਿਹੜਾ ਗਰਭ ਧਾਰਨ ਕਰਨਾ ਉਹਦੇ ਨਾਲ ਕਈ ਤਰ੍ਹਾਂ ਦੀਆਂ ਉਸ ਨੂੰ ਨੁਕਸਾਨ ਹੋ ਸਕਦੇ ਨੇ। ਵੈਸੇ ਵੀ ਜਿੱਦਾਂ ਪਹਿਲਾਂ ਗਿਆ ਕਾਨੂੰਨੀ ਤੌਰ 'ਤੇ ਵੀ 18 ਸਾਲ ਤੋਂ ਪਹਿਲਾਂ ਮੈਰਿਜ ਜਿਹੜੀ ਹੈ ਸੰਭਵ ਨਹੀਂ ਹੈ ਇਸ ਕਰਕੇ। ਸੋ
ਮਾਹਵਾਰੀ ਜਿਹੜੀ ਹੈ ਉਹ ਮਨਾਰਕੀ ਤੋਂ ਸ਼ੁਰੂ ਹੋ ਕੇ, ਜਿੱਦਾਂ ਅਸੀਂ ਗੱਲ ਕੀਤੀ ਹੈ, ਮੈਨੋਪੌਜ਼ ਤੱਕ ਲਗਾਤਾਰ ਚੱਲਦੀ ਰਹਿੰਦੀ ਹੈ। ਪਰ ਕੁਛ ਜਿਹੜੇ ਨੇ ਫਿਜ਼ੀਓਲੋਜੀਕਲ ਕਾਰਨ ਨੇ, ਜਾਂ ਜਿਹੜੇ ਸਰੀਰ ਵਿੱਚ ਬਣਨ ਵਾਲੀਆਂ ਤਬਦੀਲੀਆਂ ਨੇ, ਭਾਵੇਂ ਉਹ ਗਰਭ ਧਾਰਨ ਹੋਵੇ ਅਤੇ ਭਾਵੇਂ ਉਹ ਬੱਚੇ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿੱਚ ਜਿਹੜਾ ਮਾਹਵਾਰੀ ਹੈ ਉਹ ਨਹੀਂ ਹੁੰਦੀ। ਸੋ ਮਾਹਵਾਰੀ ਆਮ ਕਰਕੇ ਇਰੈਗੂਲਰ ਹੁੰਦੀ ਹੈ, ਇੱਕ ਨਿਯਮਿਤ ਪੀਰੀਅਡ ਤੋਂ ਬਾਅਦ ਹੀ ਆਉਂਦੀ ਹੈ, ਜਿਵੇਂ ਕਿ 28 ਤੋਂ 35 ਦਿਨ ਤੱਕ। ਔਰ ਇਹਨਾਂ ਵਿੱਚੋਂ ਜ਼ਿਆਦਾਤਰ ਔਰਤਾਂ ਵਿੱਚ ਇਹ ਸਾਈਕਲ 28 ਦਿਨਾਂ ਦਾ ਹੁੰਦਾ ਹੈ। 28 ਦਿਨਾਂ ਦੇ ਇਸ ਮਾਸਿਕ ਧਰਮ ਨੂੰ ਦੀ ਤਰੀਕ ਜਿਹੜੀ ਹੈ, ਜਿੱਦਾਂ ਅਸੀਂ ਪਹਿਲਾਂ ਕਿਹਾ 28 ਤੋਂ 35 ਦਿਨ ਜਾਂ 28 ਤੋਂ ਪਹਿਲਾਂ, ਸੋ ਕਿਹਾ ਜਾਂਦਾ ਹੈ ਕਿ ਇਹ 3 ਦਿਨ ਪਹਿਲਾਂ ਜਾਂ 3 ਦਿਨ ਬਾਅਦ ਵੀ ਹੋ ਸਕਦੀ ਹੈ। ਸਧਾਰਨ ਹਾਲਤਾਂ ਵਿੱਚ ਜਿਹੜਾ ਖੂਨ ਦਾ ਰਿਸਾਵ ਹੁੰਦਾ ਉਹ 50 ਮਿਲੀਲੀਟਰ ਤੋਂ 200 ਮਿਲੀਲੀਟਰ ਤੱਕ ਹੁੰਦਾ। ਭਾਵੇਂ ਕਿ ਇਹ ਪਹਿਲੇ 7 ਦਿਨ ਜਿਹੜੀ ਹੈ ਮਾਹਵਾਰੀ ਆਉਂਦੀ ਹੈ, ਪਰ ਆਮ ਕਰਕੇ ਜਿਹੜਾ ਖੂਨ ਦਾ ਰਿਸਾਵ ਹੈ ਉਹ 3 ਤੋਂ 5 ਦਿਨਾਂ ਤੱਕ ਰਹਿੰਦਾ। ਸ਼ੁਰੂ ਵਿੱਚ ਇਹ ਖੂਨ ਲਾਲ ਚਮਕੀਲੇ ਰੰਗ ਦਾ ਹੁੰਦਾ ਹੈ, ਸਮਾਂ ਬੀਤਣ ਨਾਲ ਭੂਰੇ ਰੰਗ ਦਾ ਹੋ ਜਾਂਦਾ ਹੈ, ਇਸ ਦੀ ਮਾਤਰਾ ਵੀ ਘੱਟ ਜਾਂਦੀ ਹੈ। ਸੋ ਮਾਹਵਾਰੀ ਦੌਰਾਨ ਜੇ 3 ਤੋਂ 5 ਜਾਂ 4 ਪੈਡ ਬਦਲੇ ਗਏ ਹੋਣ ਤਾਂ ਇਸ ਤੋਂ ਭਾਵ ਹੈ ਕਿ ਖੂਨ ਦਾ ਰਿਸਾਵ ਮਾਤਰਾ ਸਧਾਰਨ ਨਾਲੋਂ ਜ਼ਿਆਦਾ ਹੈ। ਪਰ ਜੇ ਇੱਕ ਵੀ ਪੈਡ ਗਿੱਲਾ ਨਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਖੂਨ ਦੀ ਮਾਤਰਾ ਸਧਾਰਨ ਨਾਲੋਂ ਘੱਟ ਹੈ। ਜਦੋਂ ਇਹ ਮਨਾਰਕੀ ਸ਼ੁਰੂਆਤ ਹੁੰਦੀ ਹੈ ਮਾਹਵਾਰੀ ਦੀ, ਉਸ ਟਾਈਮ 'ਤੇ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਕਦੀ ਵੱਧ ਜਾਣਾ ਕਦੀ ਘੱਟ ਜਾਣਾ ਜਾਰੀ ਰਹਿੰਦਾ ਹੈ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਮ ਕਰਕੇ ਵੇਖਣ 'ਚ ਆਇਆ ਹੈ ਕਿ ਜਿਹੜਾ ਮਾਹਵਾਰੀ ਹੈ ਉਹ ਅਨਿਯਮਿਤ ਹੋ ਜਾਂਦੀ ਹੈ, ਇਰੈਗੂਲਰ ਰਹਿੰਦੀ ਹੈ, ਅਤੇ ਬਾਅਦ ਵਿੱਚ ਹੌਲੀ ਹੌਲੀ ਇਹ ਨਿਯਮਿਤ ਹੋ ਜਾਂਦੀ ਹੈ। ਸੋ ਮਾਹਵਾਰੀ ਜਦੋਂ ਆਉਣੀ ਹੁੰਦੀ ਹੈ ਤਾਂ ਔਰਤਾਂ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਕਿ ਰੰਗ ਦਾ ਪੀਲਾ ਪੈਣਾ, ਛਾਤੀ ਵਿੱਚ ਸੋਜਸ਼ ਮਹਿਸੂਸ ਹੋਣਾ, ਨੀਂਦ ਨਾ ਆਉਣਾ, ਥਕਾਵਟ ਮਹਿਸੂਸ ਕਰਨਾ। ਸੋ ਇਸ ਤਰ੍ਹਾਂ ਦੇ ਲੱਛਣ ਜਿਹੜੇ ਆਮ ਕਰਕੇ, ਔਰ ਸਭ ਤੋਂ ਜਿਹੜਾ ਮਹੱਤਵਪੂਰਨ ਹੈ ਉਹ ਹੈ ਕਿ ਇਸ ਪੀਰੀਅਡ ਦੌਰਾਨ ਜਾਂ ਜਦੋਂ ਮਾਹਵਾਰੀ ਆ ਰਹੀ ਹੁੰਦੀ ਹੈ ਉਸ ਟਾਈਮ 'ਤੇ ਜਿਹੜੀਆਂ ਨੇ ਦੇ ਦੌਰਾਨ ਪੇਟ ਵਿੱਚ ਤਿੱਖਾ ਦਰਦ ਹੋਣਾ। ਸੋ ਮਾਹਵਾਰੀ ਦਾ ਦਰਦ ਜਿਹੜਾ ਇਹ ਆਮ ਕਰਕੇ ਹੇਠਲੇ ਹਿੱਸੇ ਵਿੱਚ ਹੁੰਦਾ ਹੈ, ਔਰ ਜਦੋਂ ਮਾਹਵਾਰੀ ਬੰਦ ਹੋ ਜਾਂਦੀ ਹੈ ਤਾਂ ਇਹ ਜਿਹੜੀ ਲੱਛਣ ਨੇ ਜਾਂ ਨਿਸ਼ਾਨੀਆਂ ਨੇ ਇਹ ਆਪਣੇ ਆਪ ਗਾਇਬ ਹੋ ਜਾਂਦੀਆਂ ਨੇ। ਪਰੰਤੂ ਇਹ ਜਿਹੜੀ ਦਰਦ ਹੈ ਇਹ ਕਈ ਵਾਰੀ ਕਾਫੀ ਦੇਰ ਤੱਕ ਰਹਿੰਦੀ ਹੈ, ਜਦ ਤੱਕ ਪਹਿਲਾ ਬੱਚਾ ਜਨਮ ਨਹੀਂ ਲੈ ਲੈਂਦਾ। ਭਾਵੇਂ ਕਿ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਕੁਦਰਤੀ ਵਰਤਾਰਾ ਹੈ, ਪਰ ਫਿਰ ਵੀ ਇਸ ਨਾਲ ਲਈ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਇਹ ਹੈ ਕਿ ਜੇ ਮਨਾਰਕੀ 8 ਤੋਂ 9 ਸਾਲ ਵਿੱਚ ਹੋ ਗਈ ਹੋਵੇ ਜਾਂ 16 ਵਰ੍ਹੇ ਬੀਤਣ ਤੋਂ ਬਾਅਦ ਵੀ ਨਾ ਹੋਵੇ ਤਾਂ ਡਾਕਟਰੀ ਸਲਾਹ ਲੈਣੀ ਬਹੁਤ ਹੀ ਜ਼ਰੂਰੀ ਹੈ। ਖਾਸ ਕਰਕੇ ਉਹ ਡਾਕਟਰ ਜਿਹੜੇ ਔਰਤ ਦੇ ਰੋਗਾਂ ਨਾਲ ਸੰਬੰਧਿਤ ਹੋਣ,
ਮਾਹਵਾਰੀ ਦੌਰਾਨ ਖੂਨ ਦਾ ਰਿਸਾਵ ਹੁਣ ਘੱਟ ਹੋ ਰਿਹਾ ਜਾਂ ਬਹੁਤ ਜ਼ਿਆਦਾ ਹੋਣਾ, ਇਸ ਬਾਰੇ ਵੀ ਸਲਾਹ ਲੈਣੀ ਅਤੀ ਜ਼ਰੂਰੀ ਹੈ। ਮਾਹਵਾਰੀ ਨਿਯਮਿਤ ਹੋਣ ਤੋਂ ਬਾਅਦ ਅਗਰ ਅਨਿਯਮਿਤ ਹੋ ਜਾਂਦੀ ਹੈ ਤਾਂ ਵੀ ਸਲਾਹ ਲੈਣੀ ਜ਼ਰੂਰੀ ਹੈ। ਸੋ ਇਸੇ ਦੇ ਨਾਲ ਹੀ ਕੁਛ ਗੱਲਾਂ ਹੋਰ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਹਿਲੀ ਤਾਂ ਗੱਲ ਇਹ ਦਿਮਾਗ ਵਿੱਚੋਂ ਨਹੀਂ ਆਉਣ ਦੇਣੀ ਚਾਹੀਦੀ, ਔਰ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰੀਏ ਕਿ ਇਹ ਕੋਈ ਰੋਗ ਜਾਂ ਬਿਮਾਰੀ ਜਾਂ ਸਰਾਪ ਨਹੀਂ, ਇਹ ਇੱਕ ਕੁਦਰਤੀ ਵਰਤਾਰਾ ਹੈ। ਅਗਰ ਇਹ ਕੁਦਰਤੀ ਵਰਤਾਰਾ ਨਾ ਹੋਵੇ ਤਾਂ ਦੁਨੀਆ ਦੀ ਹੋਂਦ ਨਹੀਂ ਹੋ ਸਕਦੀ। ਸੋ ਜੇ ਇਹ ਹੋਂਦ ਦਾ ਲਈ ਹੈ ਕਿ ਮਨੁੱਖੀ ਹੋਂਦ ਹੀ ਤਾਂ ਹੈ, ਮਨੁੱਖੀ ਵੰਸ਼ ਹੀ ਤਾਂ ਚੱਲਦੀ ਹੈ ਜੇ ਇਹ ਕੁਦਰਤੀ ਵਰਤਾਰਾ ਹੈ। ਦੂਸਰਾ, ਮਾਹਵਾਰੀ ਦੌਰਾਨ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਹੈ ਕਿ ਜਿਹੜਾ ਖੂਨ ਦਾ ਰਿਸਾਵ ਹੋ ਰਿਹਾ ਉਹ ਕਿਸੇ ਵੀ ਤਰ੍ਹਾਂ ਦਾ ਅਸ਼ੁੱਧ ਖੂਨ ਨਹੀਂ ਹੈ, ਉਹ ਸ਼ੁੱਧ ਖੂਨ ਹੈ। ਜਿਵੇਂ ਕਿ ਬਾਕੀ ਖੂਨ ਹੁੰਦੇ ਨੇ, ਜਿੱਦਾਂ ਕੋਈ ਸੱਟ ਲੱਗਦੀ ਹੈ ਉਸ ਵਿੱਚ ਖੂਨ ਹੁੰਦਾ। ਹਾਂ, ਜੇ ਕੋਈ ਔਰਤ ਜਾਂ ਲੜਕੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦਾ, ਕੋਈ ਬਿਮਾਰੀ ਦਾ ਸ਼ਿਕਾਰ ਹੈ ਤਾਂ ਫਿਰ ਉਹਦੇ 'ਚ ਬੋ ਆ ਸਕਦੀ ਹੈ। ਪਰ ਨੋਰਮਲੀ ਜਿਹੜਾ ਇਹ ਸ਼ੁੱਧ ਖੂਨ ਹੁੰਦਾ। ਪਰ ਇੱਕ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਖੂਨ ਜਿਹੜਾ ਜੇ ਟੁਕੜਿਆਂ ਵਿੱਚ ਬਣ ਕੇ ਆ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਖੂਨ ਜਿਹੜਾ ਉਹ ਜ਼ਿਆਦਾ ਪੈ ਰਿਹਾ, ਜ਼ਿਆਦਾ ਮਾਤਰਾ 'ਚ ਰਿਸਾਵ ਹੋ ਰਿਹਾ, ਉਹ ਵੀ ਜਾਂਚ ਕਰਾਉਣੀ ਜ਼ਰੂਰੀ ਹੈ। ਸੋ ਗਰਭ ਧਾਰਨ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਜਿਹੜੀ ਮਾਹਵਾਰੀ ਆਉਣੀ ਹੈ ਉਹ ਬੰਦ ਹੋ ਜਾਂਦੀ ਹੈ, ਰੁਕ ਜਾਂਦੀ ਹੈ। ਸੋ ਜੇ ਮਾਹਵਾਰੀ ਬੰਦ ਹੋ ਰਹੀ ਹੈ ਤਾਂ ਮਤਲਬ ਕਿ ਜ਼ਰੂਰੀ ਹੈ ਕਿ ਆਪਾਂ ਜਾਂਚ ਕਰਵਾਈਏ ਕਿ ਪ੍ਰੈਗਨੈਂਸੀ ਹੈ। ਜੇ ਪ੍ਰੈਗਨੈਂਸੀ ਹੈ ਤਾਂ ਉਸ ਬਾਰੇ ਆਪਣਾ ਸਲਾਹ ਲਈ ਜਾ ਸਕਦੀ ਹੈ। ਮਾਹਵਾਰੀ ਦੌਰਾਨ ਰੂਟੀਨ ਦਾ ਕੰਮ ਕੀਤਾ ਜਾ ਸਕਦਾ, ਜਿਹਦੇ 'ਚ ਹਲਕੀ ਵਰਜਿਸ਼ ਹੋ ਸਕਦੀ ਹੈ, ਘਰ ਦੇ ਘਰੇਲੂ ਕੰਮ ਕੀਤੇ ਜਾ ਸਕਦੇ ਨੇ। ਪਰ ਜ਼ਿਆਦਾਤਰ ਇਸ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੇ ਜਿਹੜੀਆਂ ਗੱਲਾਂ ਨੇ ਉਹ ਧਿਆਨ 'ਚ ਰੱਖਣੀਆਂ, ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਮਾਤਰਾ ਜ਼ਿਆਦਾ ਹੋਣੀ, ਅਨਿਯਮਿਤ ਹੋਣਾ, ਜਿਹੜਾ ਖੂਨ ਦਾ ਜ਼ਿਆਦਾ ਪੈਣਾ, ਕੁਛ ਦਿਨਾਂ ਵਿੱਚ ਹੀ ਖੂਨ ਦਾ ਦੁਬਾਰਾ ਪੈ ਜਾਣਾ। ਠੀਕ ਹੈ, ਤਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਮਾਹਵਾਰੀ ਦੌਰਾਨ ਬਹੁਤ ਜ਼ਰੂਰੀ ਹੈ। ਔਰ ਦੂਸਰਾ ਹੈ ਕਿ ਸਭ ਤੋਂ ਜਿਹੜੀ ਜ਼ਰੂਰੀ ਹੈ ਕਿ ਇਸ ਪੀਰੀਅਡ ਦੌਰਾਨ ਜਿਹੜੀ ਹੈ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਜਿਹੜੇ ਪ੍ਰਾਈਵੇਟ ਹਿੱਸੇ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਸਫਾਈ ਰੱਖੀ ਜਾਵੇ, ਕਿਉਂਕਿ ਜਦੋਂ ਖੂਨ ਦਾ ਰਿਸਾਵ ਹੋ ਰਿਹਾ ਹੁੰਦਾ ਤਾਂ ਇਨਫੈਕਸ਼ਨ ਦੇ ਚਾਂਸਸ ਵੀ ਜ਼ਿਆਦਾ ਹੋ ਜਾਂਦੇ ਨੇ। ਸੋ ਇਹ ਬਹੁਤ ਜ਼ਰੂਰੀ ਹੈ। ਔਰ ਜਿਹੜਾ ਪੈਡ ਹੈ, ਸੈਨੀਟਰੀ ਪੈਡ ਯੂਜ਼ ਕੀਤਾ ਜਾਵੇ, ਜੋ ਬਾਜ਼ਾਰ 'ਚੋਂ ਮਾਰਕੀਟ 'ਚੋਂ ਅਵੇਲੇਬਲ ਹੈ, ਇਵਨ ਸਰਕਾਰੀ ਅਦਾਰਿਆਂ ਵਿੱਚੋਂ ਵੀ ਮਿਲ ਜਾਂਦਾ। ਸੋ ਇਸ ਲਈ ਜ਼ਰੂਰੀ ਹੈ ਅਗਰ ਤੁਸੀਂ ਘਰ ਬਣਾ ਰਹੇ ਹੋ ਤਾਂ ਘਰ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹਨੂੰ ਸੁੱਕਣੇ ਪਾਉਣਾ ਜ਼ਰੂਰੀ ਹੈ। ਸੋ ਮਾਹਵਾਰੀ ਦੌਰਾਨ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਕਿ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ, ਫਲਾਂ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਦੇਖਣ 'ਚ ਆਇਆ ਹੈ ਕਿ ਜਿਹੜੀਆਂ ਲੜਕੀਆਂ ਵਿੱਚ ਕਬਜ਼ ਦੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਵਿੱਚ ਪੇਟ ਦਰਦ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਜਾਂ ਪੇਟ ਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਮਿਨਾਰਕੀ ਦੇ ਸੰਬੰਧ ਵਿੱਚ ਮਾਵਾਂ ਨੂੰ, ਸਕੂਲ ਟੀਚਰਾਂ ਨੂੰ, ਹੋਰ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਪਹਿਲਾਂ ਹੀ ਉਹ ਉਸ ਜਾਣਕਾਰੀ ਨਾਲ ਭਰਪੂਰ ਹੋਣ ਤਾਂ ਕਿ ਉਹਨਾਂ ਦੇ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਔਰ ਅਗਰ ਸਮੱਸਿਆ ਆਵੇ ਤਾਂ ਉਹ ਆਪਣੇ ਕਿਸੇ ਦੀ ਮਾਹਰ ਦੀ ਸਲਾਹ ਲੈ ਸਕਣ ਜਾਂ ਆਪਣੇ ਘਰ ਵਿੱਚ ਗੱਲ ਕਰ ਸਕਣ। ਇਸੇ ਦੌਰਾਨ ਹੀ ਇੱਕ ਹੋਰ ਜਿਹੜੀ ਗੱਲ ਵੇਖਣ ਜਾਂਦੀ ਹੈ ਕਿ ਜਦੋਂ ਖੂਨ ਦਾ ਰਿਸਾਵ ਜ਼ਿਆਦਾ ਹੋ ਜਾਂਦਾ ਅਤੇ ਲੜਕੀਆਂ ਜਿਹੜੀਆਂ ਨੇ ਉਹ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਨੇ। ਸੋ ਇਹ ਵੀ ਜ਼ਰੂਰੀ ਹੈ ਕਿ ਇਸ ਅੱਲੜ ਉਮਰ ਦੇ ਵਿੱਚ, ਜਿਹਨੂੰ ਅਡੋਲਸੈਂਟ ਪੀਰੀਅਡ ਕਹਿੰਦੇ ਹਾਂ, ਇਹਦੇ ਵਿੱਚ ਜਿਹੜੀਆਂ ਆਇਰਨ ਫੋਲਿਕ ਐਸਿਡ ਦੀਆਂ ਟੇਬਲੇਟਸ ਔਰ ਹਰੀਆਂ ਸਬਜ਼ੀਆਂ ਦੀ ਵਰਤੋਂ ਬਹੁਤ ਹੀ ਜ਼ਰੂਰੀ ਹੈ। ਸੋ ਆਖਰ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਮਾਹਵਾਰੀ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੈ ਔਰ ਮਨੁੱਖੀ
ਹੋਂਦ ਤਾਂ ਹੀ ਹੈ ਜੇ ਮਾਹਵਾਰੀ ਹੈ, ਅਦਰਵਾਈਜ਼ ਇਹ ਸੰਭਵ ਨਹੀਂ ਕਿ ਦੁਨੀਆ ਹੋਵੇ ਜੇ ਇਹ ਕੁਦਰਤੀ ਵਰਤਾਰਾ ਨਾ ਹੁੰਦਾ ਹੋ। ਧੰਨਵਾਦ ਜੀ।